ਸਤਿ ਸ੍ਰੀ ਅਕਾਲ ਜੀ। ਆਪਾਂ ਸਾਰੇ ਹੀ ਰੂਹਾਨੀ ਤਰੱਕੀ ਬਾਰੇ ਸੋਚਦੇ ਹਾਂ, ਪਰ ਇਹ ਹੁੰਦੀ ਕਿਵੇਂ? ਖੈਰ, ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਸਾਨੂੰ ਪੂਰਾ ਦਾ ਪੂਰਾ ਨਕਸ਼ਾ ਦਿੱਤਾ ਹੋਇਆ ਹੈ। ਤਾਂ ਅੱਜ ਆਪਾਂ ਇਸੇ ਸਫ਼ਰ ਦੇ ਦੋ ਬਹੁਤ ਹੀ ਖਾਸ ਪੜਾਵਾਂ ਦੀ ਗੱਲ ਕਰਾਂਗੇ। ਧਰਮਖੰਡ, ਜਿੱਥੇ ਸਭ ਕੁਝ ਸਾਡੇ ਫਰਜ਼ ਤੇ ਟਿਕਿਆ ਹੈ, ਤੇ ਫਿਰ ਕਰਮਖੰਡ, ਜਿੱਥੇ ਰੱਬੀ ਬਖਸ਼ਿਸ਼ ਆ ਕੇ ਸਾਰਾ ਖੇਲ ਹੀ ਬਦਲ ਦਿੰਦੀ ਹੈ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਰੱਬੀ ਗਿਆਨ ਯਾਨੀ ਕਿ ਡਿਵਾਈਨ ਨੌਲੇਜ ਤੱਕ ਪਹੁੰਚਣ ਦਾ ਅਸਲ ਰਾਹ ਹੈ ਕੀ? ਦੇਖੋ, ਜਪਜੀ ਸਾਹਿਬ ਸਾਨੂੰ ਸਿਰਫ ਜਵਾਬ ਨਹੀਂ ਦਿੰਦੇ, ਉਹ ਤਾਂ ਸਾਨੂੰ ਇੱਕ ਪੂਰਾ ਰੋਡ ਮੈਪ, ਇੱਕ ਨਕਸ਼ਾ ਦਿੰਦੇ ਨੇ। ਚਲੋ ਫਿਰ ਅੱਜ ਇਸੇ ਨਕਸ਼ੇ ਤੇ ਚੱਲ ਕੇ ਇਸ ਪੂਰੀ ਯਾਤਰਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਠੀਕ ਹੈ, ਤਾਂ ਦੇਖੋ ਅੱਜ ਆਪਾਂ ਕੀ ਸਮਝਾਂਗੇ। ਪਹਿਲਾਂ ਤਾਂ ਜਪਜੀ ਸਾਹਿਬ ਦੇ ਪੂਰੇ ਰੂਹਾਨੀ ਸਫ਼ਰ ਦੀ ਇੱਕ ਝਾਤ ਮਾਰਾਂਗੇ। ਫਿਰ ਪਹਿਲੇ ਪੜਾਅ ਯਾਨੀ ਧਰਮਖੰਡ ਨੂੰ ਥੋੜਾ ਡੂੰਘਾਈ 'ਚ ਦੇਖਾਂਗੇ। ਉਸ ਤੋਂ ਬਾਅਦ ਆਵੇਗਾ ਕਰਮਖੰਡ। ਫਿਰ ਸਮਝਾਂਗੇ ਕਿ ਇਹ ਦੋਵੇਂ ਆਪਸ 'ਚ ਜੁੜੇ ਕਿਵੇਂ ਨੇ, ਤੇ ਅਖੀਰ 'ਚ ਆਪਾਂ ਪਹੁੰਚਾਂਗੇ ਆਪਣੀ ਮੰਜ਼ਿਲ ਬ੍ਰਹਮ ਗਿਆਨ ਤੇ। ਚਲੋ ਫਿਰ ਸ਼ੁਰੂ ਕਰੀਏ। ਦੇਖੋ, ਗੁਰੂ ਨਾਨਕ ਦੇਵ ਜੀ ਦਾ ਜੋ ਸਿਧਾਂਤ ਹੈ ਨਾ, ਉਹ ਬੜਾ ਹੀ ਕਮਾਲ ਦਾ ਹੈ। ਉਹ ਸਾਨੂੰ ਸਮਝਾਉਂਦੇ ਨੇ ਕਿ ਰੂਹਾਨੀ ਤਰੱਕੀ ਕੋਈ ਇੱਕੋ ਛਟਕੇ 'ਚ ਮਾਰੀ ਛਾਲ ਨਹੀਂ ਹੈ। ਨਾ, ਇਹ ਤਾਂ ਇੱਕ ਪੂਰਾ ਸਫ਼ਰ ਹੈ, ਜਿਸ ਵਿੱਚੋਂ ਸਾਡੀ ਚੇਤਨਾ, ਸਾਡੀ ਕੌਨਸ਼ੀਅਸਨੈਸ ਅਲੱਗ-ਅਲੱਗ ਪੱਧਰਾਂ ਤੋਂ ਹੋ ਕੇ ਲੰਘਦੀ ਏ। ਤੇ ਇਸ ਸਫ਼ਰ ਦਾ ਸਭ ਤੋਂ ਅਹਿਮ ਸ਼ਬਦ ਹੈ ਖੰਡ। ਹੁਣ ਇਸ ਗੱਲ ਨੂੰ ਜ਼ਰਾ ਧਿਆਨ ਨਾਲ ਸਮਝਿਓ। ਖੰਡ ਦਾ ਮਤਲਬ ਕੋਈ ਫਿਜ਼ੀਕਲ ਜਗ੍ਹਾ ਨਹੀਂ ਹੈ, ਜਿਵੇਂ ਕੋਈ ਦੇਸ਼ ਜਾਂ ਸ਼ਹਿਰ ਨਹੀਂ। ਇਹ ਤਾਂ ਅਸਲ ਵਿੱਚ ਸਾਡੀ ਰੂਹਾਨੀ ਜਾਗਰੂਕਤਾ ਦਾ ਇੱਕ ਲੈਵਲ ਏ, ਮਨ ਦੀ ਇੱਕ ਸਟੇਜ ਏ, ਸਾਡੀ ਕੌਨਸ਼ੀਅਸਨੈਸ ਦਾ ਇੱਕ ਦਾਇਰਾ ਏ। ਜਪਜੀ ਸਾਹਿਬ 'ਚ ਇਸ ਪੂਰੀ ਯਾਤਰਾ ਦੇ 5 ਖੰਡ ਯਾਨੀ ਕਿ 5 ਪੜਾਅ ਦੱਸੇ ਗਏ ਨੇ। ਇਹ ਸ਼ੁਰੂ ਹੁੰਦੀ ਹੈ ਧਰਮਖੰਡ ਤੋਂ ਤੇ ਮੰਜ਼ਿਲ ਹੈ ਸੱਚਖੰਡ। ਹੁਣ ਅੱਜ ਆਪਾਂ ਸਾਰਿਆਂ ਤੇ ਨਹੀਂ, ਸਗੋਂ ਖਾਸ ਤੌਰ ਤੇ ਪਹਿਲੇ ਯਾਨੀ ਧਰਮਖੰਡ ਤੇ ਚੌਥੇ ਯਾਨੀ ਕਰਮਖੰਡ ਤੇ ਧਿਆਨ ਦੇਵਾਂਗੇ। ਪਤਾ ਕਿਉਂ? ਕਿਉਂਕਿ ਇਹ ਦੋਵੇਂ ਸਾਨੂੰ ਮਿਹਨਤ ਤੋਂ ਲੈ ਕੇ ਬਖਸ਼ਿਸ਼ ਤੱਕ ਦੀ ਕਮਾਲ ਦੀ ਯਾਤਰਾ ਸਮਝਾਉਂਦੇ ਨੇ। ਤਾਂ ਚਲੋ ਇਸ ਰੂਹਾਨੀ ਚੜ੍ਹਾਈ ਦੇ ਬਿਲਕੁਲ ਬੇਸ ਕੈਂਪ, ਇਸ ਦੇ ਸ਼ੁਰੂਆਤੀ ਬਿੰਦੂ ਤੋਂ ਸ਼ੁਰੂਆਤ ਕਰਦੇ ਹਾਂ, ਧਰਮਖੰਡ। ਆ ਦੇਖੋ, ਇਹ ਗੁਰੂ ਨਾਨਕ ਦੇਵ ਜੀ ਦੇ ਆਪਣੇ ਬੋਲ ਨੇ। ਇੱਥੇ ਧਰਮਖੰਡ ਨੂੰ ਕੀ ਕਿਹਾ ਗਿਆ ਹੈ? ਧਰਤੀ ਇੱਕ ਅਜਿਹੀ ਥਾਂ ਜਿੱਥੇ ਸਭ ਕੁਝ ਕੁਦਰਤ ਦੇ ਅਟਲ ਨਿਯਮਾਂ 'ਚ ਬੱਝਿਆ ਹੋਇਆ ਹੈ। ਸਭ ਕੁਝ ਹੁਕਮ ਦੇ ਹੇਠਾਂ ਚੱਲ ਰਿਹਾ ਹੈ, ਯਾਨੀ ਇੱਕ ਰੱਬੀ ਆਦੇਸ਼ ਦੇ ਅੰਦਰ। ਇਸ ਨੂੰ ਇੰਜ ਸਮਝੋ, ਧਰਮਖੰਡ 'ਚ ਇਹ ਧਰਤੀ ਇੱਕ ਧਰਮਸ਼ਾਲਾ ਏ, ਇੱਕ ਅਖਾੜਾ ਜਿੱਥੇ ਨੇਕੀ ਕਮਾਈ ਜਾਂਦੀ ਏ। ਮੌਸਮ, ਦਿਨ-ਰਾਤ, ਗ੍ਰਹਿ ਸਭ ਕੁਝ ਇੱਕ ਬ੍ਰਹਮ ਕਾਨੂੰਨ ਦੇ ਹਿਸਾਬ ਨਾਲ ਚੱਲ ਰਿਹਾ ਏ। ਇਹ ਕਾਜ਼ ਐਂਡ ਇਫੈਕਟ ਯਾਨੀ ਕਾਰਨ ਅਤੇ ਨਤੀਜੇ ਦਾ ਖੇਤਰ ਏ। ਇੱਥੇ ਸਾਡੇ ਕਰਮਾਂ ਦਾ ਹਿਸਾਬ ਹੁੰਦਾ ਏ ਤੇ ਇਹ ਹੀ ਕਰਮ ਸਾਡੀ ਅਗਲੀ ਰੂਹਾਨੀ ਦਿਸ਼ਾ ਤੈਅ ਕਰਦੇ ਨੇ। ਮਤਲਬ ਸਾਰਾ ਜ਼ੋਰ ਫਰਜ਼, ਨਿਆਂ ਤੇ ਜਵਾਬਦੇਹੀ ਤੇ। ਪਰ ਜਦੋਂ ਫਰਜ਼ ਅਤੇ ਨੇਕੀ ਵਾਲੀ ਨੀਂਹ ਪੱਕੀ ਹੋ ਜਾਂਦੀ ਹੈ ਨਾ, ਤਾਂ ਫਿਰ ਇਸ ਯਾਤਰਾ 'ਚ ਇੱਕ ਬਹੁਤ ਹੀ ਦਿਲਚਸਪ ਮੋੜ ਆਉਂਦਾ ਹੈ। ਆਪਾਂ ਇੱਕ ਅਜਿਹੇ ਖੇਤਰ 'ਚ ਦਾਖਲ ਹੁੰਨੇ ਆ ਜਿੱਥੇ ਨਿਯਮ ਹੀ ਬਦਲ ਜਾਂਦੇ ਨੇ, ਤੇ ਇਹ ਹੈ ਕਰਮਖੰਡ ਯਾਨੀ ਬਖਸ਼ਿਸ਼ ਦਾ ਖੇਤਰ। ਹੁਣ ਇੱਥੇ ਜ਼ਰਾ ਗੌਰ ਕਰਿਓ ਕਿ ਗੁਰਬਾਣੀ ਦੀ ਭਾਸ਼ਾ ਤੇ ਲਹਿਜਾ ਕਿਵੇਂ ਬਦਲ ਜਾਂਦਾ ਹੈ। ਆਪਾਂ ਕਾਨੂੰਨ ਤੇ ਨਿਆਂ ਦੇ ਸਖਤ ਸ਼ਬਦਾਂ ਤੋਂ ਅੱਗੇ ਵੱਧ ਕੇ ਬਖਸ਼ਿਸ਼ ਤੇ ਪ੍ਰੇਮ ਭਗਤੀ ਦੀ ਨਰਮ, ਕੋਮਲ ਭਾਸ਼ਾ ਵਿੱਚ ਆ ਜਾਂਦੇ ਹਾਂ। ਦੇਖੋ, ਕਰਮਖੰਡ 'ਚ ਆ ਕੇ ਸਾਰੀ ਗੇਮ ਹੀ ਬਦਲ ਜਾਂਦੀ ਹੈ। ਇਹ ਨਦਰ ਯਾਨੀ ਰੱਬੀ ਬਖਸ਼ਿਸ਼ ਦਾ ਖੇਤਰ ਹੈ। ਇੱਥੇ ਕੌਣ ਰਹਿੰਦੇ ਨੇ? ਜੋਧ ਮਹਾਬਲ ਸੂਰ, ਉਹ ਰੂਹਾਨੀ ਯੋਧੇ ਜਿਨ੍ਹਾਂ ਦੀ ਤਾਕਤ ਉਹਨਾਂ ਦੇ ਆਪਣੇ ਜ਼ੋਰ ਅਜ਼ਮਾਇਸ਼ ਤੋਂ ਨਹੀਂ, ਬਲਕਿ ਰੱਬੀ ਪ੍ਰੇਮ 'ਚ ਭਿੱਜੇ ਹੋਣ ਤੋਂ ਆਂਦੀ ਹੈ। ਇਹ ਤਾਂ ਕੌਨਸ਼ੀਅਸਨੈਸ ਦੀ ਉਹ ਸਟੇਜ ਹੈ ਜੋ ਦੁਨਿਆਵੀ ਫਿਕਰਾਂ ਤੋਂ ਕਿਤੇ ਪਰੇ ਹੈ, ਜਿੱਥੇ ਭਗਤ ਹਮੇਸ਼ਾ ਆਨੰਦ 'ਚ ਰਹਿੰਦੇ ਨੇ। ਤਾਂ ਹੁਣ ਆਪਣੇ ਕੋਲ 2 ਪੜਾਅ ਨੇ, ਇੱਕ ਪਾਸੇ ਫਰਜ਼, ਦੂਜੇ ਪਾਸੇ ਬਖਸ਼ਿਸ਼। ਪਰ ਇਹਨਾਂ ਦਾ ਆਪਸ 'ਚ ਰਿਸ਼ਤਾ ਕੀ ਹੈ? ਕੀ ਇੱਕ ਦੂਜੇ ਤੋਂ ਉੱਪਰ ਹੈ? ਚਲੋ ਇਸ ਗੰਢ ਨੂੰ ਖੋਲਦੇ ਹਾਂ। ਆ ਦੇਖੋ ਕਿੰਨਾ ਸਾਫ਼ ਫਰਕ ਹੈ। ਧਰਮਖੰਡ ਦੀ ਨੀਂਹ ਹੈ ਕਰਤੱਵ ਯਾਨੀ ਡਿਊਟੀ, ਫੋਕਸ ਹੈ ਕਰਮਾਂ ਤੇ ਤਾਕਤ ਆਉਂਦੀ ਹੈ ਆਪਣੀ ਕਾਲਨਾ ਯਾਨੀ ਮਿਹਨਤ ਤੋਂ। ਪਰ ਜਿਵੇਂ ਹੀ ਆਪਾਂ ਕਰਮਖੰਡ 'ਚ ਪਹੁੰਚਦੇ ਹਾਂ, ਬੂਮ, ਸਭ ਕੁਝ ਬਦਲ ਜਾਂਦਾ ਹੈ। ਹੁਣ ਨੀਂਹ ਹੈ ਬਖਸ਼ਿਸ਼, ਫੋਕਸ ਹੈ ਭਗਤੀ ਤੇ ਤਾਕਤ ਹੈ ਪਰਮਾਤਮਾ ਦਾ ਜ਼ੋਰ। ਇਹ ਸਿੱਧਾ ਨਿਆਂ ਤੋਂ ਕਿਰਪਾ ਵੱਲ ਇੱਕ ਜ਼ਬਰਦਸਤ ਸ਼ਿਫਟ ਹੈ। ਤੇ ਇਹੀ ਹੈ ਸਭ ਤੋਂ ਅਹਿਮ ਗੱਲ। ਕਰਮਖੰਡ ਧਰਮਖੰਡ ਨੂੰ ਰੱਦ ਨਹੀਂ ਕਰਦਾ। ਇਹ ਇੰਜ ਨਹੀਂ ਹੈ ਕਿ ਪਹਿਲੀ ਪੌੜੀ ਛੱਡ ਕੇ ਸਿੱਧਾ ਚੌਥੀ ਤੇ ਛਾਲ ਮਾਰ ਲਈ। ਅਸਲ 'ਚ ਧਰਮਖੰਡ ਵਿੱਚ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ, ਇੱਕ ਨੇਕ ਜੀਵਨ ਜਿਉਣਾ, ਇਹੀ ਉਹ ਤਿਆਰੀ ਹੈ, ਉਹ ਫਾਊਂਡੇਸ਼ਨ ਹੈ ਜੋ ਆਤਮਾ ਨੂੰ ਕਰਮਖੰਡ ਦੀ ਬਖਸ਼ਿਸ਼ ਕਬੂਲ ਕਰਨ ਦੇ ਕਾਬਿਲ ਬਣਾਉਂਦੀ ਹੈ। ਇੱਕ ਤੋਂ ਬਿਨਾਂ ਦੂਜਾ ਸੰਭਵ ਨਹੀਂ। ਤਾਂ ਫਿਰ ਇਸ ਸਾਰੀ ਯਾਤਰਾ, ਇਸ ਸਾਰੀ ਮਿਹਨਤ ਤੇ ਬਖਸ਼ਿਸ਼ ਦਾ ਅਖੀਰਲਾ ਮਕਸਦ ਕੀ ਹੈ? ਇਹ ਸਾਨੂੰ ਲੈ ਕੇ ਜਾਂਦੀ ਏ ਸਾਡੀ ਅਸਲ ਮੰਜ਼ਿਲ ਵੱਲ, ਬ੍ਰਹਮ ਗਿਆਨ।
ਤੇ ਇਹ ਮੰਜ਼ਿਲ ਕਿਹਨੂੰ ਮਿਲਦੀ ਹੈ? ਉਹਨਾਂ ਨੂੰ ਜੋ ਬਿਨਾਂ ਕਿਸੇ ਸਵਾਰਥ, ਬਿਨਾਂ ਕਿਸੇ ਨਿੱਜੀ ਇੱਛਾ ਦੇ ਸਿਰਫ ਸਿਮਰਨ ਕਰਦੇ ਨੇ ਤੇ ਪੂਰੀ ਤਰ੍ਹਾਂ ਪਰਮਾਤਮਾ ਦੀ ਕਿਰਪਾ ਤੇ ਨਿਰਭਰ ਹੋ ਜਾਂਦੇ ਨੇ। ਤੇ ਫਿਰ ਇਨਾਮ ਕੀ ਮਿਲਦਾ ਹੈ? ਸਭ ਤੋਂ ਵੱਡਾ ਤੋਹਫਾ, ਆਤਮ ਗਿਆਨ ਤੇ ਜਨਮ ਮਰਨ ਦੇ ਕੇੜ ਤੋਂ ਹਮੇਸ਼ਾ ਲਈ ਛੁਟਕਾਰਾ। ਅਸਲ 'ਚ ਇਹੀ ਹੈ ਬ੍ਰਹਮ ਗਿਆਨ। ਜਨਮ ਤੇ ਮਰਨ ਦੇ ਇਸ ਅਨੰਤ ਚੱਕਰ, ਇਸ ਸਾਈਕਲ ਤੋਂ ਆਜ਼ਾਦ ਹੋ ਜਾਣਾ, ਇਹੀ ਇਸ ਰੂਹਾਨੀ ਸਫ਼ਰ ਦੀ ਅਲਟੀਮੇਟ ਡੈਸਟੀਨੇਸ਼ਨ ਹੈ। ਇਹ ਸਦੀਵੀ ਮਿਲਾਪਤੀ ਪਰਮ ਆਨੰਦ ਦੀ ਸਟੇਜ ਹੈ। ਤਾਂ ਫਿਰ ਸਾਰੀ ਗੱਲ ਨੂੰ ਸਮੇਟਦੇ ਹੋਏ ਸਭ ਤੋਂ ਜ਼ਰੂਰੀ ਗੱਲ ਜੋ ਯਾਦ ਰੱਖਣੀ ਹੈ ਉਹ ਇਹ ਹੈ ਕਿ ਇਹ ਖੰਡ ਤੋਂ ਹੀ ਬਾਹਰ ਦੀਆਂ ਥਾਵਾਂ ਨਹੀਂ ਨੇ। ਇਹ ਸਾਰਾ ਸਫ਼ਰ ਧਰਮਖੰਡ ਤੋਂ ਲੈ ਕੇ ਸੱਚਖੰਡ ਤੱਕ ਇੱਕ ਅੰਦਰੂਨੀ ਯਾਤਰਾ ਹੈ। ਇਹ ਸਾਡੀ ਕੌਨਸ਼ੀਅਸਨੈਸ ਨੂੰ ਉੱਚਾ ਚੁੱਕਣ ਬਾਰੇ, ਆਤਮਾ ਨੂੰ ਬਦਲਣ ਬਾਰੇ, ਤਾਂ ਜੋ ਉਸ ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕੇ ਜੋ ਪਹਿਲਾਂ ਤੋਂ ਹੀ ਸਾਡੇ ਅੰਦਰ ਮੌਜੂਦ ਹੈ। ਜਪੁਜੀ ਸਾਹਿਬ ਦਾ ਇਹ ਰੂਹਾਨੀ ਨਕਸ਼ਾ ਆਖਿਰ 'ਚ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਨਿੱਜੀ ਸਵਾਲ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਹੈ। ਦੇਖੋ, ਰਸਤੇ ਨੂੰ ਜਾਣ ਲੈਣਾ ਇੱਕ ਗੱਲ ਏ, ਪਰ ਉਸ ਰਸਤੇ ਤੇ ਤੁਰਨਾ ਉਹ ਬਿਲਕੁਲ ਵੱਖਰੀ ਗੱਲ ਏ। ਤਾਂ ਸਵਾਲ ਇਹ ਕਿ ਇਸ ਸਫ਼ਰ ਤੇ ਸਾਡਾ ਆਪਣਾ ਅਗਲਾ ਕਦਮ ਕੀ ਹੋਵੇਗਾ?